कल नूं असीं ये कहता भी भाई सिखां ने चाह नहीं पीनी समुंदर पीना ते तुसीं किते हुण जिहड़े पोर्ट है उत्ते फौज ना तैनात कर दिओ भी सिख समुंदर पीण आ रहे कि जे नागियां नाल बह सकदे हो कश्मीरियां नाल बह सकदे हो ते साडे तो शर्म आउंदी है असीं जेठ लगदे हां तुहाडे 75 साल हो गए 75 साल इन्हां 75 सालां दे विच 75 कमिटमेंट्स जिहड़ियां ने वो भारत सरकार ने कीतियां सिखां दे नाल और हैरानी दी गल है कि एक भी पूरी नहीं कीती। जे पंजाब दे विच साडी आवाज़ दबोगे असीं हरियाणे तो बोलांगे हरियाणवी बन के बोलांगे असीं बंगाल तो बंगाली बन के बोलांगे असीं महाराष्ट्र तो मराठे बन के बोलांगे असीं USA तो बोलांगे असीं इंग्लैंड तो बोलांगे असीं आस्ट्रेलिया तो बोलांगे असीं बोलते रहांगे साडी आवाज़ नूं तुसीं दबा नहीं सकते। असीं ऐसा एक ग्रुप ऐसा एक हाउस जिहड़ा वो कायम करांगे आउण वाले दिनां दे विच जिहड़ा कि साडे खिलाफ सिरजे जा रहे बिरतांत नूं तोड़न दा कारज करेगा। असीं सरकारां दे नाल कोई विवाद नहीं चाहुंदे, सानूं पता है विवाद दे नाल मसले हल नहीं हुंदे, संवाद दे नाल मसले हल हुंदे आ। असीं संवाद चाहुंदे आ। ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ ਉਹ ਸਾਡੇ ਲਫ਼ਜ਼ਾਂ ਨੂੰ ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ ਸਮੁੰਦਰ ਪੀਣਾ ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ ਕਸ਼ਮੀਰੀਆਂ ਨਾਲ ਬਹਿ ਸਕਦੇ ਹੋ ਤੇ ਸਾਡੇ ਤੋਂ ਸ਼ਰਮ ਆਉਂਦੀ ਹੈ ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ ਵੱਡੇ ਭਰਾਓ, ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ ਕੀ ਤਕਲੀਫ ਹੈ ਤੁਹਾਨੂੰ। 75 ਸਾਲ ਹੋ ਗਏ 75 ਸਾਲ ਇਨ੍ਹਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦਬੋਗੇ ਅਸੀਂ ਹਰਿਆਣੇ ਤੋਂ ਬੋਲਾਂਗੇ ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ, ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ ਖਾਸ ਤੌਰ ਦੇ ਉੱਤੇ ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ ਪੰਜਾਬ ਫੋਬੀਆ ਜਿਹੜਾ ਹੈ ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਨਾਲ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ ਫੋਨ ਆਏ ਆ ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ।
ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਬ ਹੈ, ਬਹੁਤ ਵੱਡਾ ਪਰਬ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ। ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ
ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ। ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ ਆ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ, ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕ੍ਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕ੍ਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ, ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਆ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ।
ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਵਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ, ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ, ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ 'ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ, ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ, ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ, ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ।
ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ, ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਨਾਲ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ, ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿ ਦਾਂ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ 'ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ
ਬਦਨਾਮ ਕੀਤਾ ਹੈ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ, ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕ੍ਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕ੍ਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ, ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਆ, ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ
घर घर तो ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਬ ਹੈ, ਬਹੁਤ ਵੱਡਾ ਪਰਬ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਕਾਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ 'ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਸਮਝ ਸਕਦੇ ਹਾਂ
ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਆ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ? ਸਾਡੇ ਨਾਲ ਬੈਠੋ, ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕ੍ਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕ੍ਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ, ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਆ, ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫੇਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ,
ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਵਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ, ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ, ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਇਹਨਾਂ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ 'ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ, ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ, ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ ਹੈ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ, ਤੇ ਇਹ ਜਿਹੜੇ ਬੰਦ ਚੈਨਲ ਨੇ ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ, ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ।
ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ। ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ। ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ। ਅਸੀਂ USA ਤੋਂ ਬੋਲਾਂਗੇ। ਅਸੀਂ ਇੰਗਲੈਂਡ ਤੋਂ ਬੋਲਾਂਗੇ। ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫੇਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ। 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਕਾਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ,
हेरा साहब ने मेरे ख्याल किया तो बहुत वधिया विचार है। असी इस तरह जो सैमीनारां के नाम से मीटिंगां के नाम के उत्ते कॉन्फ्रेंसां के नाम के उत्ते असी जिहड़ा है वो इकट्ठे होंदे रहांगे और अकाल तख्त साहब जिहड़ा इस कारज दे विच तुहाडा जिहड़ा है वो साथ दिंदा रहेगा। वीर ने इत्थों कई गल असी 27 तरीक नूं जिहड़ी अकाल तख्त साहब ते मीटिंग सद्दी सी उहदे विच श्रोमणी गुरुद्वारा प्रबंधक कमेटी नूं कहा सी भी जिन्हां ने गलत खबरां फैलाईआं ने जां जिहड़े पुलिस अधिकारियां ने सिख राज दे झंडियां नूं खालिस्तान के झंडे कह के जिहड़ा है वो बदनाम किया है उन्हां दे खिलाफ जिहड़े है वो परचे दर्ज कराए जाण मुकदमे जिहड़े है उन्हां दे खिलाफ जिहड़े है वो कीते जाण। मैनूं इस गल दा गिला है कि श्रोमणी गुरुद्वारा प्रबंधक कमेटी ने इस पासे कोई सार्थक कदम नहीं चुक्या है जबकि चुकना चाहिए सी। फोन आउण लग गए सी सानूं कि छड्डो खैड़ा जी छड्डो खैड़ा जी और बहुत कहा कि छड्डना नहीं है खैड़ा तुसीं परचे दर्ज कराओ लेकिन नहीं कराए। ये मैं समझदा कि मंदभागा वरतारा है। श्रोमणी गुरुद्वारा प्रबंधक कमेटी नूं तख्त श्री दमदमा साहब की धरती तो फिर आदेश ही दिता जाता है अज दे इस इकट्ठ वालों कि परचे जिहड़े इन्हां दे खिलाफ जरूर दर्ज कराए जाण ताकि कोई भी जिहड़ा है वो सिखां नूं बदनाम करन दा जां पंजाबीआं नूं बदनाम करन दा यतन जिहड़ा है वो ना कर सके। मैं अंत दे विच एक बारी फिर धन्नवाद करदा जिहड़े चैनल बंद कीते ने सरकार ने वो असी चैनल हर हालत जिहड़ा है वो चालू करवाउण दे लई यतन करांगे और सरकार नूं भी अपील करते हैं कि ये चैनल तुरंत जिहड़े है वो चालू किए जाण ते ये जिहड़े बंद चैनल ने असी इन्हां चैनलों के बिल्कुल नाल खड़े हैं और नाल खड़दे रहांगे। मैं एक बारी फिर सारिआं दा तहे दिलों धन्नवाद करदा और मीडिया वाले जिहड़े खास तौर ते दिल्ली वाले है वो साडे लफ्ज़ां नूं साडे लफ्ज़ां दे अर्थां नूं जिहड़ा वो जाणदे। मैं नेता नाल गल होई मैं उहनूं कहा तुसीं साडे भाषा साडे शब्दां नूं समझदे नहीं। कल नूं असीं ये कहता भी भाई सिखां ने चाह नहीं पीनी समुंदर पीना ते तुसीं किते हुण जिहड़े पोर्ट है उत्ते फौज ना तैनात कर दिओ भी सिख समुंदर पीण आ रहे हैं। ये साडे शब्द है चढ़दी कला वाले इहनूं तुसीं नहीं समझ सकदे इहनूं असीं समझ सकदे हैं। ये साडे चढ़दी कला दे बोले है ये साडे आईं बोले जिहड़े आ वो गजदे रहणगे। ये बोले साडे जिहड़े है इसे तरह जिहड़े है वो मौजूद रहणगे। असी सरकारां दे नाल कोई विवाद नहीं चाहुंदे सानूं पता है विवाद दे नाल मसले हल नहीं हुंदे संवाद दे नाल मसले हल हुंदे है। असी संवाद चाहुंदे हां आओ बैठो साडे नाल संवाद करो असी बैठण लई तैयार है। गंगवी रठौर ने कहा कि जे नागियां नाल बह सकदे हो कश्मीरियां नाल बह सकदे हो ते साडे तो शर्म आउंदी है असी जेठ लगदे हां तुहाडे साडे नाल नहीं बैठ सकदे तुसीं साडे नाल बैठो सानू पुछो बड़े भराओ सानू पुछो आके कि तुसीं भाई छोटे हो की तकलीफ है तुहानू 75 साल हो गए 75 साल इन्हां 75 सालां दे विच 75 कमिटमेंट्स जिहड़ियां ने वो भारत सरकार ने कीतियां सिखां दे नाल और हैरानी दी गल है कि एक भी पूरी नहीं की। डाटा है साडे कोले कि 75 किस्म दीयां जिहड़ियां ने कमिटमेंटां वादे जिहड़े ने वो साडे नाल होए ने लेकिन एक भी पूरा नहीं कीता। असीं फिर भी चुप हैं सानू फिर भी वखवादी फिर भी अतवादी कहा जा रहा है। किन्ना चिर ये चलूगा। बिल्कुल सही गल है असीं बोलांगे जे पंजाब दे विच साडी आवाज़ दबोगे असीं हरियाणे तो बोलांगे हरियाणवी बन के बोलांगे असी बंगाल तो बंगाली बन के बोलांगे असी महाराष्ट्र तो मराठे बन के बोलांगे असी USA तो बोलांगे असी इंग्लैंड तो बोलांगे असी आस्ट्रेलिया तो बोलांगे असी बोलते रहांगे। साडी आवाज़ नूं तुसीं दबा नहीं सकते तुसीं बिल्कुल भी साडी आवाज़ नूं नप नहीं सकते। मैं जिन्ने भी इत्थे नौजवान खास तौर के उत्ते क्योंकि नौजवानों दे विच काम करन दी बड़ी रुचि और समर्था हुंदी है। असी चाहुंदे हां कि जिहड़ा एंटी सिख फोबिया या पंजाब फोबिया ये दिखाया जा रहा है इनू क्रैक करने वास्ते असी एक ट्रैकिंग सिख फोबिया पंजाब फोबिया जिहड़ा है एक इस तरह का संगठन जिहड़ा है वो गठित करिए इस नाम का इनू ट्रैक करने वास्ते और इनू क्रैक करने वास्ते कि जो भी साडे खिलाफ झूठियां खबरां जिहड़ियां ने वो प्रसारित कीतियां जांदियां ने इनू तोड़न वास्ते असी एक ऐसा मजबूत ग्रुप जिहड़ा है वो कायम करांगे।
ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਆ, ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫੇਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਕਾਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੀਡੀਆ ਵਾਲੇ
ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ, ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕ੍ਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕ੍ਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਆ, ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਬ ਹੈ, ਬਹੁਤ ਵੱਡਾ ਪਰਬ ਹੈ, ਇੱਥੇ ਅਸੀਂ ਮਨਾਉਣਾ ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫੇਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ।
ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਵਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ। ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ, ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ, ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ, ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ, ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ, ਤੇ ਇਹ ਜਿਹੜੇ ਬੰਦ ਚੈਨਲ ਨੇ ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ, ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ, ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ, ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ।
ਕਿੰਨਾ ਚਿਰ ਇਹ ਚੱਲੂਗਾ। ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ, ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਆ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ, ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ
ਤੇ ਮੀਟਿੰਗਾਂ ਦੇ ਉੱਤੇ ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ, ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ, ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਨਾਲ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਆ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਆ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਆ, ਨਹੀਂ ਪਹੁੰਚ ਸਕੇ ਆ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ।
ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿ ਦਾਂ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ ਹੈ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ
ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ। ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ। ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ। ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ। ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ। ਅਸੀਂ ਬੋਲਾਂਗੇ, ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ। ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ। ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ। ਅਸੀਂ USA ਤੋਂ ਬੋਲਾਂਗੇ। ਅਸੀਂ ਇੰਗਲੈਂਡ ਤੋਂ ਬੋਲਾਂਗੇ। ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਨਾਲ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿ ਦਾਂ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ,
ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਵਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ, ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ, ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ 'ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ, ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ 'ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ, ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰਦੇ ਹੋ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ ਚੜ੍ਹਦੀ ਕਲਾ ਵਾਲੇ, ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਉਹ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ, ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ, ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ।
ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ, ਅਸੀਂ USA ਤੋਂ ਬੋਲਾਂਗੇ, ਅਸੀਂ ਇੰਗਲੈਂਡ ਤੋਂ ਬੋਲਾਂਗੇ, ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ, ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ ਪੰਜਾਬ ਫੋਬੀਆ ਜਿਹੜਾ ਹੈ ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਮੈਂ ਫਿਰ ਕਹਿਦਾ ਪੰਜਾਬ ਸਰਕਾਰ ਨੂੰ, ਫਿਰ ਇਸ ਮੰਚ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਸਖਤੀ ਕੀਤੀ ਹੈ ਜਾਂ ਜਿਹੜਾ ਇਹ ਪੈਨਿਕ ਕ੍ਰੀਏਟ ਕੀਤੀ ਜਾ ਰਹੀ ਹੈ, ਇਸ ਨੂੰ ਜਿਹੜਾ ਹੈ ਉਹ ਖਤਮ ਕਰੇ। ਵਿਸਾਖੀ ਹੈ, ਇੱਥੇ ਸੰਗਤਾਂ ਨੇ ਆਉਣਾ ਹੁੰਦਾ ਹੈ ਔਰ ਅਸੀਂ ਤਾਂ ਹਰ ਸਾਲ ਹੀ ਦੇਖਦੇ ਹਾਂ 7 ਤਰੀਕ ਨੂੰ ਇੱਥੇ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ, 5 ਤਰੀਕ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਹੈ, ਲੇਕਿਨ ਸੰਗਤ ਦੀ ਗਿਣਤੀ ਜਿਹੜੀ ਹੈ ਉਹ 10% ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਕੂਮਤ ਨੇ ਪੈਨਿਕ ਕ੍ਰੀਏਟ ਕੀਤਾ ਹੈ। ਪਹਿਲਾਂ ਹੁਣ ਕਿਹਾ ਕਿ ਅਮਰਤਪਾਲ ਸਿੰਘ ਇੱਥੇ ਗ੍ਰਿਫਤਾਰੀ ਦੇਊਗਾ, ਹੁਣ ਕਹਿਣ ਲੱਗ ਜਾਣਗੇ ਵਿਸਾਖੀ ਵਾਲੇ ਦਿਨ ਗ੍ਰਿਫਤਾਰੀ ਦੇਊਗਾ ਜੀ, ਤੇ ਉਹਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਨ ਦਾ ਜਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਊਗਾ। ਇਸ ਤੋਂ ਸਰਕਾਰ ਜਿਹੜੀ ਹੈ ਉਹ ਗੁਰੇਜ਼ ਕਰੇ। ਸਰਕਾਰ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਹੈ। ਸਰਕਾਰ ਨੂੰ ਖਾਸ ਤੌਰ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੋ ਨਾ, ਤੇ ਪੰਜਾਬੀਆਂ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦਾ ਅਕਸ ਖਰਾਬ ਨਹੀਂ ਹੁੰਦਾ, ਪੰਜਾਬ ਦੇ ਵਿੱਚ ਰੂਲ ਕਰ ਰਹੀ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ। ਘੱਟੋ ਘੱਟ ਆਪਦਾ ਅਕਸ ਤਾਂ ਬਚਾ ਲਓ, ਆਪਣਾ ਅਕਸ ਤਾਂ ਬਚਾਓ। ਤੁਸੀਂ ਤਾਂ ਘੱਟੋ ਘੱਟ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਬਿਰਤਾਂਤ ਜਿਹੜਾ ਹੈ ਉਹ ਸਿਰਜਣ ਦੇ ਵਿੱਚ ਸਹਿਯੋਗ ਨਾ ਦਿਓ। ਪੰਜਾਬ ਦੇ ਵਿੱਚ ਰੂਲ ਕਰ ਰਹੇ ਹੋ, ਪੁਲਿਸ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਛੁੱਟੀਆਂ ਕੈਂਸਲ ਕਰਤੀਆਂ, ਕਹਿੰਦੇ ਕੋਈ ਵੀ ਪੁਲਿਸ ਮੁਲਾਜ਼ਮ ਛੁੱਟੀ ਤੇ ਨਹੀਂ ਜਾ ਸਕਦਾ, ਸਭ ਨੂੰ ਦਮਦਮਾ ਸਾਹਿਬ ਭੇਜ ਦਿੱਤਾ ਗਿਆ। ਵੀ ਕੀ ਹੋਣਾ ਇੱਥੇ ਬਈ? ਹਰ ਸਾਲ ਹੀ ਸੰਗਤ ਆਉਂਦੀ ਹੈ ਵਿਸਾਖੀ ਮਨਾਉਣ ਵਾਸਤੇ, ਇਸ ਵਾਰ ਵੀ ਆ ਰਹੀ, ਤੇ ਸੰਗਤ ਨੂੰ ਆਉਣ ਦਿਓ, ਸੰਗਤ ਨੂੰ ਮੱਥਾ ਟੇਕਣ ਦਿਓ। ਇਹ ਖਾਲਸੇ ਦਾ ਸਾਜਨਾ ਦਿਵਸ ਹੈ ਔਰ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਇਹਨੂੰ ਸ਼ਰਧਾ ਉਤਸ਼ਾਹ ਦੇ ਨਾਲ ਜਿਹੜਾ ਹੈ ਉਹ ਮਨਾਉਣ ਦਿਓ। ਮੈਂ ਉਮੀਦ ਕਰਦਾ ਅੰਤ ਦੇ ਵਿੱਚ ਆਪਣੇ ਸਾਰੇ ਪੱਤਰਕਾਰ, ਮੈਂ ਉਮੀਦ ਕਰਦਾ ਆਪਣੇ ਸਾਰੇ ਪੱਤਰਕਾਰ ਵੀਰਾਂ ਤੋਂ ਕਿ ਉਹ ਸਾਡਾ ਸਹਿਯੋਗ ਜਿਹੜਾ ਉਹ ਦੇਣਗੇ ਔਰ ਅਸੀਂ ਇਸੇ ਤਰ੍ਹਾਂ ਹੀ ਪੱਤਰਕਾਰਾਂ ਦੇ ਨਾਲ ਖੜਾਂਗੇ। ਪੱਤਰਕਾਰਾਂ ਦੀਆਂ ਇਕੱਤਰਤਾਵਾਂ, ਸੈਮੀਨਾਰ, ਜਿਵੇਂ ਇੱਕ ਆਇਆ ਸੀ ਵਿਚਾਰ ਇੱਥੇ ਕਿ ਸੈਮੀਨਾਰ ਹੋਣੇ ਚਾਹੀਦੇ, ਹੀਰਾ ਸਾਹਿਬ ਨੇ ਮੇਰੇ ਖਿਆਲ ਕਿਹਾ, ਤਾਂ ਬਹੁਤ ਵਧੀਆ ਵਿਚਾਰ ਹੈ। ਅਸੀਂ ਇਸੇ ਤਰ੍ਹਾਂ ਜਿਹੜਾ ਸੈਮੀਨਾਰਾਂ ਦੇ ਨਾਂ ਤੇ, ਮੀਟਿੰਗਾਂ ਦੇ ਨਾਂ ਦੇ ਉੱਤੇ, ਕਾਨਫਰੰਸਾਂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਹੈ ਉਹ ਇਕੱਠੇ ਹੁੰਦੇ ਰਹਾਂਗੇ ਔਰ ਅਕਾਲ ਤਖਤ ਸਾਹਿਬ ਜਿਹੜਾ ਇਸ ਕਾਰਜ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਸਾਥ ਦਿੰਦਾ ਰਹੇਗਾ। ਵੀਰ ਨੇ ਇੱਥੋਂ ਕਈ ਗੱਲ, ਅਸੀਂ 27 ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਸੀ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਵੀ ਜਿਨ੍ਹਾਂ ਨੇ ਗਲਤ ਖਬਰਾਂ ਫੈਲਾਈਆਂ ਨੇ ਜਾਂ ਜਿਹੜੇ ਪੁਲਿਸ ਅਧਿਕਾਰੀਆਂ ਨੇ ਸਿੱਖ ਰਾਜ ਦੇ ਝੰਡਿਆਂ ਨੂੰ
ਖਾਲਿਸਤਾਨ ਦੇ ਝੰਡੇ ਕਹਿ ਕੇ ਜਿਹੜਾ ਹੈ ਉਹ ਬਦਨਾਮ ਕੀਤਾ ਹੈ, ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਪਰਚੇ ਦਰਜ ਕਰਾਏ ਜਾਣ, ਮੁਕੱਦਮੇ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਹੈ ਉਹ ਕੀਤੇ ਜਾਣ। ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਹੈ, ਜਦ ਕਿ ਚੁੱਕਣਾ ਚਾਹੀਦਾ ਸੀ। ਫੋਨ ਆਉਣ ਲੱਗੇ ਸੀ ਸਾਨੂੰ ਕਿ ਛੱਡੋ ਖਹਿੜਾ ਜੀ, ਛੱਡੋ ਖਹਿੜਾ ਜੀ, ਔਰ ਬਹੁਤ ਕਿਹਾ ਕਿ ਛੱਡਣਾ ਨਹੀਂ ਹੈ ਖਹਿੜਾ, ਤੁਸੀਂ ਪਰਚੇ ਦਰਜ ਕਰਾਓ, ਲੇਕਿਨ ਨਹੀਂ ਕਰਾਏ। ਇਹ ਮੈਂ ਸਮਝਦਾ ਕਿ ਮੰਦਭਾਗਾ ਵਰਤਾਰਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਆਦੇਸ਼ ਹੀ ਦਿੱਤਾ ਜਾਂਦਾ ਹੈ ਅੱਜ ਦੇ ਇਸ ਇਕੱਠ ਵੱਲੋਂ ਕਿ ਪਰਚੇ ਜਿਹੜੇ ਇਹਨਾਂ ਦੇ ਖਿਲਾਫ ਜ਼ਰੂਰ ਦਰਜ ਕਰਾਏ ਜਾਣ, ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰ ਸਕੇ। ਮੈਂ ਅੰਤ ਦੇ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਹੜੇ ਚੈਨਲ ਬੰਦ ਕੀਤੇ ਨੇ ਸਰਕਾਰ ਨੇ, ਉਹ ਅਸੀਂ ਚੈਨਲ ਹਰ ਹਾਲਤ ਜਿਹੜਾ ਹੈ ਉਹ ਚਾਲੂ ਕਰਵਾਉਣ ਦੇ ਲਈ ਯਤਨ ਕਰਾਂਗੇ, ਔਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਚੈਨਲ ਤੁਰੰਤ ਜਿਹੜੇ ਹੈ ਉਹ ਚਾਲੂ ਕੀਤੇ ਜਾਣ। ਤੇ ਇਹ ਜਿਹੜੇ ਬੰਦ ਚੈਨਲ ਨੇ, ਅਸੀਂ ਇਹਨਾਂ ਚੈਨਲਾਂ ਦੇ ਬਿਲਕੁਲ ਨਾਲ ਖੜੇ ਹਾਂ ਔਰ ਨਾਲ ਖੜਦੇ ਰਹਾਂਗੇ। ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ